मुफ्त यूनिटां ਜਿਹੜੀਆਂ ਮਿਲ ਰਹੀਆਂ ਨੇ ਇਹਨਾਂ ਦਾ ਐਨਾਲਿਸਿਸ ਕੀਤਾ ਹੋਣਾ ਤੁਸੀਂ ਆਪਣੇ ਵੱਲੋਂ ਆਪਣੇ ਤੌਰ ਤੇ ਘੋਖ ਕੀਤੀ ਹੋਣੀ ਹੈ ਇਹ ਕੀ ਚੀਜ਼ ਕੀ ਹੈਗੀ ਆ ਕੀ ਅਸਰ ਹੈ ਇਸ ਦਾ 10,685 ਕਰੋੜ ਦੇ ਕਰੀਬ ਅਸੀਂ ਸਭ ਮੁਫਤ ਬਿਜਲੀ ਦੇ ਰਹੇ ਹਾਂ। ਅੱਛਾ ਜਿਹੜਾ ਇਹਨਾਂ ਦਾ ਫਾਰਮੂਲਾ ਆ ਉਹ ਥੋੜਾ ਮੈਨੂੰ ਤਾਂ ਲੱਗਦਾ ਸ਼ੈਤਾਨੀ ਵਾਲਾ ਫਾਰਮੂਲਾ ਕੇਜਰੀਵਾਲ ਜੀ ਦਾ। ਮੰਨ ਲਓ ਜੇ 302 ਆ ਗਿਆ 310 ਆ ਗਿਆ ਤਾਂ ਫਿਰ 310 ਦੇ ਉਹਨਾਂ ਨੂੰ ਪੈਸੇ ਭਰਨੇ ਪੈਣਗੇ ਤੇ ਹੁਣ ਵਾਲਾ ਜਿਹੜਾ 200 ਯੂਨਿਟ ਮੁਫਤ ਮਿਲ ਰਿਹਾ ਉਹ ਵੀ ਜਾਂਦਾ ਲੱਗੂਗਾ। ਹੁਣ ਸਿੱਖੀ ਦਾ ਜਿਹੜਾ ਗੁਰਜ ਆ ਉਹ ਅਕਾਲੀ ਦਲ ਚੱਕੀ ਫਿਰਦਾ। ਇਹਦਾ ਮਤਲਬ ਸਿੱਖ ਪਾਰਟੀ ਜਿਹੜੀ ਆ ਵੀ ਅਸੀਂ ਤੇ ਦੇਖੋ ਜੀ ਇੰਨੀਆਂ ਕੁਰਬਾਨੀਆਂ ਕੀਤੀਆਂ ਇਹ SGPC ਤੇ ਵੀ ਨਾਲ ਕਬਜ਼ਾ। ਇਹ ਪੰਜਾਬ ਦੇ ਵਿਕਾਸ ਦੀਆਂ ਤਰੀਕੇ ਆ ਇਹ ਪੰਜਾਬ ਦੇ ਵਿਕਾਸ ਨਹੀਂ ਪੰਜਾਬ ਦੇ ਨਾਲ ਮਜ਼ਾਕ ਕਰਨ ਦੇ ਤਰੀਕੇ ਆ। ਲੋਕਾਂ ਦੀ ਖਿੱਲੀ ਉਡਾਈ ਜਾ ਰਹੀ ਹੈ ਕਿ ਇੱਥੇ ਦੇ ਲੋਕ ਮੰਗਤੇ ਆ ਬੁਰਕੀ ਸੁੱਟਾਂਗੇ ਤੇ ਕੁੱਤਿਆਂ ਨੂੰ ਚੱਕ ਲੈਣਗੇ। ਕੇਜਰੀਵਾਲ ਹੋਵੇ ਜਾਂ ਬਾਦਲ ਹੋਣ ਜਾਂ ਕੈਪਟਨ ਹੋਣ ਇਹਨਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਬਦਮਾਸ਼ੀਆਂ ਤੋਂ ਬਾਜ ਆਉਣ। ਵੋਟਾਂ ਲੈ ਕੇ ਤੇ ਤੁਸੀਂ ਮਗਰੋਂ ਮੂੰਹ ਨਹੀਂ ਦਿਖਾਉਂਦੇ। ਕਿੰਨੀ ਕੁ ਵਾਰੀ ਕੈਪਟਨ ਬਾਹਰ ਨਿਕਲਿਆ ਇੱਥੇ ਪਿੰਡ 'ਚ ਜਾ ਕੇ ਮੀਟਰ ਲਾ ਕੇ ਦਿਖਾ ਲੈਣ ਕਿਸੇ ਦੇ ਜੇ ਉੱਥੇ ਹੀ ਘੇਰਾ ਪਾ ਕੇ ਕੁੱਟ ਕੇ ਨਾ ਭੇਜ ਦੇਣਗੇ ਜਿੰਨੇ ਵੀ ਆਉਣਗੇ ਬੰਦੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ ਪੰਜਾਬ ਦੀਆਂ ਸਿਆਸੀ ਫਿਜ਼ਾਵਾਂ ਇਸ ਵੇਲੇ ਗਰਮਾਉਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ 2022 ਨੂੰ ਲੈ ਕੇ ਸਿਆਸੀ ਧਿਰਾਂ ਨੇ ਆਪਣੇ ਐਲਾਨਨਾਮੇ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ ਨੇ। ਹਰੇਕ ਵਿਅਕਤੀ ਕੋਸ਼ਿਸ਼ ਕਰ ਰਿਹਾ ਇਸ ਵੇਲੇ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਭਰਮਾਉਣ ਦੀ। ਕੋਈ ਸਿੱਧੇ ਤੌਰ ਤੇ CM ਕੈਂਡੀਡੇਟ ਦਾ ਅਨਾਉਂਸ ਕਰ ਰਿਹਾ ਕਿ ਅਸੀਂ ਦਲਿਤ ਬਣਾਵਾਂਗੇ, ਕੋਈ ਕਹਿ ਰਿਹਾ ਕਿ ਅਸੀਂ ਆਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਦੇਵਾਂਗੇ। ਕੋਈ ਹੁਣ ਵੱਡੇ ਐਲਾਨ ਕਰਕੇ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਕਿਸ ਤਰੀਕੇ ਨਾਲ ਮੁਫਤ ਬਿਜਲੀ ਦੇਣੀ ਹੈ। ਮੁਫਤ ਬਿਜਲੀ ਪੰਜਾਬ ਦੇ ਵਿੱਚ ਪਹਿਲਾਂ ਵੀ ਮਿਲਦੀ ਸੀ ਹੁਣ ਹੋਰ ਯੂਨਿਟਾਂ ਵਧਾ ਕੇ ਦੇਣ ਦੀ ਗੱਲ ਆਖੀ ਗਈ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ। ਆਮ ਆਦਮੀ ਪਾਰਟੀ ਦੇ ਸੁਪਰੀਮੋ ਰਹੇ ਨੇ ਤਮਾਮ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਮੁਫਤ ਬਿਜਲੀ ਦੀਆਂ ਯੂਨਿਟਾਂ ਜਿਹੜੀਆਂ ਮਿਲ ਰਹੀਆਂ ਨੇ ਇਹਨਾਂ ਦੇ ਪ੍ਰਭਾਵ ਕੀ ਨੇ। ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਹੋਰ ਮੁਫਤ ਬਿਜਲੀ ਦਿੰਦੀਆਂ ਨੇ ਤਾਂ ਇਹ ਮੁਫਤਖੋਰੀ ਜਿਹੜੀ ਜਿਸ ਦੇ ਨਾਮ ਤੋਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੀ ਹਕੀਕਤ ਕੀ ਹੈਗੀ ਹੈ, ਇਹਦਾ ਪੰਜਾਬ ਦੇ ਲੋਕਾਂ ਤੇ ਕੀ ਅਸਰ ਹੈਗਾ, ਕਿੰਨਾ ਕੁ ਆਵਾਮ ਪ੍ਰਭਾਵਿਤ ਹੋਊਗਾ। ਇਸ ਮੁਤਲਕ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਇਕਨੋਮਿਕਲ ਤੌਰ ਤੇ ਪੰਜਾਬ ਦੀ ਸਟੇਟ ਨੂੰ ਸਮਝਦੇ ਨੇ ਚੰਗੀ ਤਰ੍ਹਾਂ ਵੱਖ-ਵੱਖ ਸਮੇਂ ਤੇ ਐਨਾਲਿਸਿਸ ਕਰਦੇ ਰਹਿੰਦੇ ਨੇ ਵੀ ਕੀ ਹਾਲਾਤ ਨੇ। ਪ੍ਰੋਫੈਸਰ ਸਾਹਿਬ ਬੜੀ ਅਹਿਮ ਚੀਜ਼ ਹੈ ਕਿ ਬਿਜਲੀ ਮੁਫਤ ਦੇਣੀ 300 ਯੂਨਿਟ ਮੁਫਤ ਦੇਵਾਂਗੇ, ਪੁਰਾਣੇ ਏਰੀਆ ਜਿਹੜੇ ਖਤਮ ਕਰ ਦੇਵਾਂਗੇ, 24 ਘੰਟੇ ਬਿਜਲੀ ਦੇਵਾਂਗੇ ਲੋਕਾਂ ਨੂੰ। ਇਹ ਜਿਹੜੀਆਂ ਚੀਜ਼ਾਂ ਨੇ ਨਵੇਂ ਐਲਾਨ ਹੋਏ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ। ਸਭ ਤੋਂ ਪਹਿਲਾਂ ਇਹ ਜੇ ਮੁਫਤ ਯੂਨਿਟਾਂ ਜਿਹੜੀਆਂ ਮਿਲ ਰਹੀਆਂ ਨੇ ਇਹਨਾਂ ਦਾ ਐਨਾਲਿਸਿਸ ਕੀਤਾ ਹੋਣਾ ਤੁਸੀਂ ਆਪਣੇ ਵੱਲੋਂ ਆਪਣੇ ਤੌਰ ਤੇ ਘੋਖ ਕੀਤੀ ਹੋਣੀ ਹੈ ਇਹ ਕੀ ਚੀਜ਼ ਕੀ ਹੈਗੀ ਆ ਕੀ ਅਸਰ ਹੈ ਇਸ ਦਾ। ਬਿਜਲੀ ਦੇ ਵਿੱਚ ਘੱਟੋ ਘੱਟ ਮੇਰਾ ਖਿਆਲ ਮੁਫਤਖੋਰੀ ਤੇ ਪਹਿਲਾਂ ਹੀ ਸਾਡੇ ਹੈਗੀ ਆ। 10,685 ਕਰੋੜ ਦੇ ਕਰੀਬ ਅਸੀਂ ਸਭ ਮੁਫਤ ਬਿਜਲੀ ਦੇ ਰਹੇ ਹਾਂ। ਇਹ ਸਟੇਟ ਛੋਟੀ ਜਿਹੀ ਆ 3.25 ਕਰੋੜ ਦੀ ਸਟੇਟ ਆ ਉਹਨਾਂ ਦਾ ਬਜਟ ਵੀ ਦੇਖ ਲਓ ਕਿੰਨਾ ਆ ਜਾਣੀ ਇਫੈਕਟਿਵਲੀ 70-80 ਹਜ਼ਾਰ ਕਰੋੜ ਜਿਹੜਾ ਬਜਟ ਹੁੰਦਾ ਆ ਹੈ ਨਾ। ਉਹ 'ਚ ਤੁਸੀਂ ਜੇ ਇੰਨੇ ਵੱਡੇ ਪੱਧਰ ਤੇ ਪਹਿਲਾਂ ਹੀ ਸਬਸਿਡੀ ਦੇ ਰਹੇ ਆ ਹੋਰ ਤੇ ਫਿਰ ਨਾਲ ਮੀਟਰ ਵੀ ਲਾ ਕੇ ਸਾਰਾ ਕੁਝ ਹੀ ਦੇ ਦਿਆ ਕਰੋ ਨਾਲੇ ਹੈ ਨਾ। ਮਤਲਬ ਇਹ ਜਿਹੜੀ 300 ਯੂਨਿਟਾਂ ਵਾਲਾ ਇਹਦਾ ਹਿਸਾਬ ਕਿਤਾਬ ਉਹਨਾਂ ਨੇ ਕੀ ਲਾਇਆ। ਪਿੰਡਾਂ 'ਚ ਅਸੀਂ ਅੱਜ ਦੀ ਡੇਟ 'ਚ 14.5 ਲੱਖ ਕਨੈਕਸ਼ਨ ਟਿਊਬਲਾਂ ਦੇ ਦਿੱਤੇ ਆ ਜਿਨ੍ਹਾਂ ਦਾ ਤਕਰੀਬਨ 6.25 ਕਰੋੜ ਰੁਪਈਆ ਅਸੀਂ ਸਬਸਿਡਾਈਜ਼ ਮੁਫਤ ਦੇ ਰਹੇ ਹਾਂ ਪਹਿਲਾਂ ਟਿਊਬਲਾਂ ਤੇ। 72 ਲੱਖ ਡੋਮੈਸਟਿਕ ਕਨੈਕਸ਼ਨ ਹੈਗੇ ਜਿਨ੍ਹਾਂ ਨੂੰ ਕੇਜਰੀਵਾਲ ਜੀ ਕਹਿ ਕੇ ਅਸੀਂ ਸਾਰਿਆਂ ਨੂੰ ਅਸੀਂ ਮੁਫਤ ਬਿਜਲੀ ਦੇਵਾਂਗੇ। ਇਹਨਾਂ 'ਚੋਂ 72 ਲੱਖ ਦੇ ਵਿੱਚੋਂ 21 ਲੱਖ ਨੂੰ ਪਹਿਲਾਂ ਹੀ 200 ਯੂਨਿਟ ਮਾਫ ਹੈਗਾ ਆ। ਅੱਛਾ ਜਿਹੜਾ ਇਹਨਾਂ ਦਾ ਫਾਰਮੂਲਾ ਆ ਉਹ ਥੋੜਾ ਮੈਨੂੰ ਤਾਂ ਲੱਗਦਾ ਸ਼ੈਤਾਨੀ ਵਾਲਾ ਫਾਰਮੂਲਾ ਕੇਜਰੀਵਾਲ ਜੀ ਦਾ। ਉਹ ਉੱਥੇ ਵੀ ਦਿੱਲੀ ਵੀ ਇਸ ਤਰ੍ਹਾਂ ਜਿਸ ਤਰ੍ਹਾਂ 200 ਯੂਨਿਟ ਮੁਫਤ ਦੇ ਦਿੱਤੇ ਜੇ 201 ਖਰਚਾ ਆ ਗਿਆ ਤੇ ਫਿਰ ਤੁਹਾਡੇ ਕੋਲ 201 ਦੇ ਪੈਸੇ ਲਏ ਜਾਣਗੇ 1 ਯੂਨਿਟ ਦੇ ਪੈਸੇ ਨਹੀਂ ਲਏ ਜਾਣਗੇ। ਪੰਜਾਬ 'ਚ ਇਹ ਨਹੀਂ ਹੈਗਾ ਜਿਹੜੀ ਮੁਫਤ ਆ ਉਹ ਮੁਫਤ ਆ ਉਹਦੇ ਤੇ 1 ਪੈਸਾ ਨਹੀਂ ਲੱਗੂਗਾ। ਖਾਸ ਕਰ SC BC ਔਰ ਕੁਝ ਕੁ ਹੋਰ ਜਿਹੜੇ ਆ ਫਰੀडम ਫਾਈਟਰ ਜਾਂ ਇਸ ਤਰ੍ਹਾਂ ਦੀਆਂ ਕੈਟੇਗਰੀਜ਼ ਬਣਾ ਕੇ 2.25 ਕਰੋੜ ਰੁਪਈਆ ਅਸੀਂ ਇਹਨਾਂ ਨੂੰ ਪਹਿਲਾਂ ਹੀ ਮਾਫ ਕਰ ਰਹੇ ਹਾਂ। ਬਿਜਲੀ ਮੁਫਤ ਜਾ ਰਹੀ ਆ।
ਕੱਲ੍ਹ ਕੋਈ ਅੰਕੜੇ ਪੇਸ਼ ਕਰ ਰਿਹਾ ਸੀਗਾ ਕਿ ਜਿਹੜੀਆਂ ਇਹ ਘਰਾਂ ਨੂੰ SC BC ਜਾਂ ਇਹਨਾਂ ਹੋਰਨਾਂ ਨੂੰ ਅਸੀਂ ਦੇ ਰਹੇ ਹਾਂ ਜਿਹੜੇ 21 ਲੱਖ ਕਰੋੜ ਨੂੰ, ਉਹਦੇ ਚੋਂ 70% ਇਹੋ ਜਿਹੇ ਲੋਕ ਹੈਗੇ ਜਿਨ੍ਹਾਂ ਦਾ 300 ਤੋਂ ਜੋ ਕੇਜਰੀਵਾਲ ਨੇ ਲਿਮਿਟ ਦਿੱਤੀ ਉੱਪਰ ਖਰਚਾ ਬਿਜਲੀ ਦਾ ਆ ਜਾਂਦਾ। ਮੰਨ ਲਓ ਜੇ 302 ਆ ਗਿਆ, 310 ਆ ਗਿਆ, ਤਾਂ ਫਿਰ 310 ਦੇ ਉਹਨਾਂ ਨੂੰ ਪੈਸੇ ਭਰਨੇ ਪੈਣਗੇ ਤੇ ਹੁਣ ਵਾਲਾ ਜਿਹੜਾ 200 ਯੂਨਿਟ ਮੁਫਤ ਮਿਲ ਰਿਹਾ ਉਹ ਵੀ ਜਾਂਦਾ ਲੱਗੂਗਾ। ਇਹਦਾ ਮਤਲਬ ਜਿਹੜਾ ਨੈਟ ਰਿਜ਼ਲਟ ਹੋਊਗਾ ਜੇ 70% ਦਾ ਇੰਜ ਹੁੰਦਾ ਤੇ ਉਹਦੇ ਨੁਕਸਾਨ ਵਾਲਾ ਹੋਇਆ, ਫਾਇਦਾ ਕਿੱਥੋਂ ਹੋਇਆ? ਯਾਨੀ ਕਿ ਇਹਨਾਂ ਨੇ ਇਸ ਤਰੀਕੇ ਨਾਲ ਰਿਸਰਚ, ਕਹਿੰਦੇ ਅਸੀਂ ਰਿਸਰਚ ਕੀਤੀ ਹੈ ਕਿ ਲੋਕਾਂ ਦੇ ਜ਼ਿਆਦਾਤਰ ਲੋਕ ਉਹ ਨੇ ਜਿਹੜੇ 300 ਯੂਨਿਟਾਂ ਫੂਕਦੇ ਨੇ, ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਲਾਹਾ ਹੋਊਗਾ। ਔਰਤਾਂ ਦੀ ਗੱਲ ਆਈ ਹੈ, ਔਰਤਾਂ ਦਾ ਜ਼ਿਕਰ ਕੀਤਾ ਗਿਆ ਵੱਡਾ ਕਰਕੇ ਕਿ ਔਰਤਾਂ ਨੂੰ ਬਹੁਤ ਲਾਹਾ ਹੋਣ ਵਾਲਾ, ਕਿਉਂਕਿ ਅੱਧਾ ਪਰਿਵਾਰ ਦਾ ਖਰਚਾ ਜਿਹੜਾ ਹੈ ਨਾ ਉਹ ਬਿਜਲੀ ਦੇ ਬਿੱਲਾਂ ਦੇ ਵਿੱਚ ਲੰਘ ਜਾਂਦਾ ਪੰਜਾਬ। ਦੇਖੋ, ਇਹ ਔਰਤਾਂ ਦਾ ਜਿਹੜਾ ਉਹਨਾਂ ਦੇ ਟਵੀਟ 'ਚ ਵੀ ਨਾ ਆਇਆ ਸੀ, ਉਹ ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਫਰਮਾਇਆ ਉਹੋ ਹੀ ਗੱਲ ਆ ਕਿ BJP ਨੇ ਦਲਿਤ ਸਾਂਭ ਲਏ, ਅਸੀਂ ਦਲਿਤ ਚੀਫ ਮਿਨਿਸਟਰ ਬਣਾਵਾਂਗੇ। ਫਿਰ ਅਕਾਲੀ ਦਲ ਨੂੰ, ਕਾਂਗਰਸ ਨੂੰ ਪੈ ਗਈ ਪਿੱਸੂ ਪੈ ਗਏ ਕਿ ਇਹ ਤੇ ਦਲਿਤ ਇੱਥੇ ਪਿੰਡਾਂ ਦੇ ਵਿੱਚ 37%, ਓਵਰਆਲ 32% ਪੰਜਾਬ 'ਚ ਦਲਿਤ ਆ, ਕਿਤੇ ਸਾਰੇ ਨਾ ਖਿੱਚ ਕੇ ਲੈ ਜਾਣਾ ਚੀਫ ਮਿਨਿਸਟਰ ਦੇ ਨਾਂ 'ਤੇ। ਉਹ ਕਹਿੰਦੇ ਜੀ ਅਸੀਂ ਚੀਫ ਮਿਨਿਸਟਰ ਤਾਂ ਨਹੀਂ ਬਣਾਵਾਂਗੇ, ਕੈਪਟਨ ਵੀ ਕਹਿੰਦਾ ਤੇ ਸੁਖਬੀਰ ਬਾਦਲ ਵੀ, ਅਸੀਂ ਡਿਪਟੀ ਚੀਫ ਮਿਨਿਸਟਰ ਜ਼ਰੂਰ ਬਣਾ ਦਾਂਗੇ। ਉਹ ਗੱਲ ਖਤਮ ਹੋਈ। ਹੁਣ ਸਿੱਖੀ ਦਾ ਜਿਹੜਾ ਗੁਰਜ ਆ ਉਹ ਅਕਾਲੀ ਦਲ ਚੱਕੀ ਫਿਰਦਾ। ਇਹਦਾ ਮਤਲਬ ਸਿੱਖ ਪਾਰਟੀ ਜਿਹੜੀ ਆ ਵੀ ਅਸੀਂ ਤੇ ਦੇਖੋ ਜੀ ਇੰਨੀਆਂ ਕੁਰਬਾਨੀਆਂ ਕੀਤੀਆਂ, ਇਹ SGPC ਤੇ ਵੀ ਨਾਲ ਕਬਜ਼ਾ, ਉਹ ਵੀ ਨਹੀਂ ਕੇਜਰੀਵਾਲ ਕਰ ਸਕਦੇ। ਜੱਟਾਂ ਵਾਲਾ ਜਿਹੜਾ ਜੱਟ ਮਹਾਸਭਾ ਦਾ ਪ੍ਰਧਾਨ ਕੈਪਟਨ ਖੋ ਰਿਹਾ, ਉੱਥੇ ਵੀ ਨਹੀਂ ਇਹ ਕਰ ਸਕਦੇ। ਹੁਣ ਨਹੀਂ ਰਹੇ। ਹੁਣ ਬਚਿਆ ਕੀ ਆ? ਔਰਤਾਂ ਬਚੀਆਂ। ਔਰਤਾਂ ਨੂੰ ਵੀ ਸੰਨ ਲਾ ਗਿਆ ਥੋੜਾ ਜਿਹਾ ਕੈਪਟਨ ਪਹਿਲਾਂ। ਉਹ ਕਹਿੰਦਾ ਕਿ ਮੈਂ ਮੁਫਤ ਕਰਾਇਆ ਕਰਤਾ। ਹੁਣ ਤੁਸੀਂ, ਇਹ ਪੰਜਾਬ ਦੇ ਵਿਕਾਸ ਦੀਆਂ ਤਰੀਕੇ ਆ, ਇਹ ਪੰਜਾਬ ਦੇ ਵਿਕਾਸ ਨਹੀਂ, ਪੰਜਾਬ ਦੇ ਨਾਲ ਮਜ਼ਾਕ ਕਰਨ ਦੇ ਤਰੀਕੇ ਆ। ਲੋਕਾਂ ਦੀ ਖਿੱਲੀ ਉਡਾਈ ਜਾ ਰਹੀ ਹੈ ਕਿ ਇੱਥੇ ਦੇ ਲੋਕ ਮੰਗਤੇ ਆ, ਬੁਰਕੀ ਸੁੱਟਾਂਗੇ ਤੇ ਕੁੱਤਿਆਂ ਨੂੰ ਚੱਕ ਲੈਣਗੇ। ਕੇਜਰੀਵਾਲ ਹੋਵੇ ਜਾਂ ਬਾਦਲ ਹੋਣ ਜਾਂ ਕੈਪਟਨ ਹੋਣ, ਇਹਨਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਬਦਮਾਸ਼ੀਆਂ ਤੋਂ ਬਾਜ ਆਉਣ। ਉਹਨਾਂ ਨੂੰ ਸਾਫ਼ ਲੋਕਾਂ ਨੂੰ ਬਾਰ-ਬਾਰ ਇਹੋ ਜਿਹੇ ਜਿਹੜੇ ਵੱਡੇ ਬਿਆਨ ਕਰਕੇ ਉਹਦੇ ਤੋਂ ਬਾਜ ਆਉਣਾ ਚਾਹੀਦਾ। ਵੱਡੇ ਸੁਪਨੇ ਦਿਖਾ ਕੇ ਵੋਟਾਂ ਲੈ ਕੇ ਤੇ ਤੁਸੀਂ ਮਗਰੋਂ ਮੂੰਹ ਨਹੀਂ ਦਿਖਾਉਂਦੇ। ਕਿੰਨੀ ਕੁ ਵਾਰੀ ਕੈਪਟਨ ਬਾਹਰ ਨਿਕਲਿਆ? ਹੁਣ ਇਹੀ ਹਾਲਾਤ ਹੋ ਗਏ ਨੇ ਕਿ ਆਮ ਆਦਮੀ ਪਾਰਟੀ ਹਮੇਸ਼ਾ ਦਾਅਵੇ ਕਰਦੀ ਰਹੀ ਹੈ ਅਸੀਂ ਬਾਕੀ ਨਾਲੋਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨਾਲੋਂ ਵੱਖਰੀ ਸਿਆਸਤ ਕਰਦੇ ਹਾਂ, ਪਰ ਮੁਫਤਖੋਰੀ ਦੇ ਐਲਾਨ ਕਰਨਾ ਕਿਤੇ ਲੱਗਦਾ ਕਿ ਇਹ ਵੀ ਉਹੀ ਪੈੜਾਂ ਤੇ ਆ ਗਏ ਨੇ। ਨਹੀਂ, ਮੈਨੂੰ ਲੱਗਦਾ ਲੋਕਾਂ ਨੂੰ ਰਿਐਕਟ ਕਰਨਾ ਚਾਹੀਦਾ, ਘੱਟੋ ਘੱਟ ਪੰਜਾਬੀਆਂ ਨੂੰ ਰਿਐਕਟ ਕਰਨਾ ਚਾਹੀਦਾ ਕਿ ਅਸੀਂ ਮੁਫਤਖੋਰੇ ਨਹੀਂ, ਅਸੀਂ ਤਾਂ ਮਿਹਨਤਕਸ਼ ਲੋਕ ਹਾਂ। ਅਸੀਂ ਤਾਂ ਗੁਰੂ ਨਾਨਕ ਦੀ ਧਰਤੀ ਦੇ ਪਲੇ ਜਿਨ੍ਹਾਂ ਨੇ ਖੁਦ ਖੇਤੀ ਕੀਤੀ। ਅਸੀਂ ਕਦੋਂ ਚਾਹੁੰਦੇ ਹਾਂ ਕਿ ਅਸੀਂ ਕੰਮ ਨਹੀਂ ਕਰਨੇ? ਅਸੀਂ ਤਾਂ ਕੰਮ ਮੰਗ ਰਹੇ ਹਾਂ। ਇਹ ਪ੍ਰੋਫੈਸਰ ਸਾਹਿਬ ਉਹਨਾਂ ਨੇ ਤਰਕ ਦਿੱਤਾ, ਕਹਿੰਦੇ ਦੇਖੋ ਅਸੀਂ ਕੋਈ ਤੁਹਾਨੂੰ ਮੁਫਤ ਚੀਜ਼ਾਂ ਨਹੀਂ ਦੇ ਰਹੇ, ਤੁਸੀਂ ਟੈਕਸ ਪੇਅਰ ਆ, ਤੁਸੀਂ ਟੈਕਸ ਦਿੰਦੇ ਆ, ਉਹਦੇ ਵਿੱਚੋਂ ਹੀ ਸਾਨੂੰ ਲਾਹਾ ਬਚਣਾ ਸਾਨੂੰ ਪਤਾ ਹੈਗਾ। ਕਹਿੰਦੇ ਦਿੱਲੀ ਦਾ ਜਿਹੜਾ ਰੈਵਨਿਊ ਸੀਗਾ 30,000 ਕਰੋੜ ਸੀਗਾ, ਅਸੀਂ 60,000 ਕਰੋੜ ਤੋਂ ਵੀ ਉੱਪਰ ਲੈ ਗਏ ਆ। ਇਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਗੱਲ ਆ, ਉਹਨਾਂ ਨੇ ਕਿਹਾ ਕਿ 1,80,000 ਕਰੋੜ ਦਾ ਦੱਸਿਆ ਜਾ ਰਿਹਾ, ਅਸੀਂ ਇਸ ਤੋਂ ਵਧਾ ਕੇ 4 ਲੱਖ ਕਰੋੜ ਤੱਕ ਲੈ ਜਾਵਾਂਗੇ। ਬਹੁਤ ਸਾਰੇ ਰੈਵਨਿਊ ਦੇ ਤਰੀਕੇ ਹੈਗੇ ਨੇ ਵੱਖਰੇ, ਪਰ ਕਿਤੇ ਨਾ ਕਿਤੇ ਉਹ ਜਿਹੜੇ ਮਾਫੀਆ ਕੰਮ ਕਰ ਰਹੇ ਨੇ ਉਹਨਾਂ ਦੀ ਜੇਬਾਂ 'ਚ ਜਾ ਰਹੇ ਨੇ। ਅਸੀਂ ਉਹਨਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ ਕੇ ਤੁਹਾਨੂੰ ਮਾਫ ਕਰਨੀਆਂ ਨੇ। ਗੱਲਾਂ ਕਰਦੇ ਆ, ਕਹਿਣਾ ਬੜਾ ਆਸਾਨ ਆ। ਦਿੱਲੀ ਦੇ ਅੰਦਰ ਜਿੰਨਾ ਰੈਵਨਿਊ ਚੁੱਪ ਚਪੀਤੇ ਡਾਇਰੈਕਟ ਟੈਕਸ ਆ ਹੀ ਜਾਣਾ, ਐਮਪਲਾਈ ਤੋਂ ਆ ਹੀ ਜਾਣਾ, ਇੰਡਸਟਰੀ ਤੋਂ ਆ ਹੀ ਜਾਣਾ, GST ਉਹਨਾਂ ਦਾ ਆ ਹੀ ਜਾਣਾ। ਉਹ ਉਹਨਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਇੱਥੇ ਪਿੰਡ 'ਚ ਜਾ ਕੇ ਮੀਟਰ ਲਾ ਕੇ ਦਿਖਾ ਲੈਣ ਕਿਸੇ ਦੇ, ਜੇ ਉੱਥੇ ਹੀ ਘੇਰਾ ਪਾ ਕੇ ਕੁੱਟ ਕੇ ਨਾ ਭੇਜ ਦੇਣਗੇ ਜਿੰਨੇ ਵੀ ਆਉਣਗੇ ਬੰਦੇ। ਇਸ ਲਈ ਇੱਥੇ ਟੈਕਸ ਇਕੱਠਾ ਕਰਨਾ। ਹਾਂ, ਜਿਹੜੇ ਨੈਚੁਰਲ ਰਿਸੋਰਸਿਸ ਜਾਂ ਕੁਛ ਐਕਸਾਈਜ਼ ਆ ਉਹ ਜ਼ਰੂਰ ਵਧਾਇਆ ਜਾ ਸਕਦਾ। ਜਿਸ ਤਰ੍ਹਾਂ ਨੈਚੁਰਲ ਰਿਸੋਰਸਿਸ, ਜਿਸ ਤਰ੍ਹਾਂ ਰੇਤਾ ਬਜਰੀ ਆ, ਇਹ ਤਾਂ ਨੈਚੁਰਲ ਰਿਸੋਰਸਿਸ ਆ, ਜਾਂ ਕੋਈ ਰੀਅਲ estate ਦਾ, ਉਹਦੇ 'ਚ ਪੈਸੇ ਸਰਕਾਰ ਨੂੰ ਵਧਾਏ ਜਾ ਸਕਦੇ ਆ। ਕੁਛ ਨਾ ਕੁਛ ਤਰੀਕੇ ਨਿਕਲ ਸਕਦੇ। ਇਹ ਨਹੀਂ ਕਿ ਪੰਜਾਬ ਦੇ ਵਿੱਚ, ਪਰ ਜਿਹੜੇ ਖੇਤੀ ਪ੍ਰਧਾਨ ਸੂਬੇ ਹੁੰਦੇ ਆ ਜਿਹਦੇ 'ਚ ਇੰਡਸਟਰੀ ਬੜੀ ਘੱਟ ਹੁੰਦੀ, ਉੱਥੇ ਖਰਚੇ ਜ਼ਿਆਦਾ ਹੁੰਦੇ ਆ, ਆਮਦਨ ਘੱਟ ਹੁੰਦੀ, ਕੁਦਰਤੀ ਹੈ। ਮੈਨੇਜ ਕਰਨਾ ਬੜਾ ਅਲੱਗ ਤਰੀਕੇ ਦਾ ਹੁੰਦਾ। ਇੱਕ ਦਿੱਲੀ ਦੀ ਸਟੇਟ ਨੂੰ ਤੇ ਪੰਜਾਬ ਦੀ ਸਟੇਟ ਨੂੰ ਉਸ ਤਰੀਕੇ ਨਾਲ ਕੰਪੈਰੀਜ਼ਨ ਅਸੀਂ ਨਹੀਂ ਕਰਕੇ ਦੇਖ ਸਕਦੇ। ਨਹੀਂ, ਬਿਲਕੁਲ। ਉਹ ਤਾਂ ਹੀ ਇਸੇ ਕਰਕੇ ਕਹਿੰਦੇ ਆ, ਨਾ ਸਾਨੂੰ ਗੁਜਰਾਤ ਮਾਡਲ ਚਾਹੀਦਾ, ਨਾ ਸਾਨੂੰ ਕੋਈ ਦਿੱਲੀ ਮਾਡਲ ਚਾਹੀਦਾ, ਸਾਨੂੰ ਪੰਜਾਬ ਮਾਡਲ ਚਾਹੀਦਾ। ਪੰਜਾਬੀਆਂ ਦਾ ਇੱਕ ਇਕੱਲਾ ਸੱਭਿਆਚਾਰਕ ਤੌਰ ਤੇ ਨਹੀਂ, ਪੰਜਾਬੀਆਂ ਦੀ ਅਰਥ ਵਿਵਸਥਾ ਵੀ ਬਿਲਕੁਲ ਅਲੱਗ ਹੈਗੀ ਹੈ। ਇਹ ਕਹਿੰਦੇ ਕਿ ਅਸੀਂ ਐਨਾਲਿਸਿਸ ਕੀਤਾ, ਅਸੀਂ ਤਰੀਕੇ ਨਾਲ ਸਮਝਣ ਦੀ
ਕੋਸ਼ਿਸ਼ ਕਰ ਰਹੇ ਕੇਜਰੀਵਾਲ ਨੇ ਸਾਫ਼ ਕਿਹਾ ਕਿ ਪਹਿਲੀ ਕੈਬਨਿਟ ਦੇ ਵਿੱਚ 2 ਵਾਅਦੇ ਪੂਰੇ ਕਰ ਦੇਵਾਂਗੇ 2 ਵਾਅਦੇ ਜਿਹੜੇ ਪਹਿਲੇ ਕੀਤੇ ਕਿ ਅਸੀਂ ਜਿਹੜੀ ਬਿਜਲੀ ਦੀਆਂ ਯੂਨਿਟਾਂ ਮੁਫਤ ਕਰਨੀਆਂ ਨੇ 300 ਯੂਨਿਟਾਂ ਮੁਫਤ ਕਰਨੀਆਂ ਨੇ ਤੇ ਇੱਕ ਜਿਹੜੇ ਪੁਰਾਣੇ ਏਰੀਅਰ ਨੇ ਉਹ ਖਤਮ ਕਰ ਦੇਣੇ ਕਹਿੰਦੇ ਦੂਜਾ ਜਿਹੜਾ ਤੀਜਾ ਜਿਹੜਾ ਵਾਅਦਾ ਹੈ ਨਾ ਉਹਨੂੰ ਟਾਈਮ ਲੱਗੂਗਾ 24 ਘੰਟੇ ਬਿਜਲੀ ਪੰਜਾਬ ਦੇ ਵਿੱਚ ਹਾਲੇ ਕਹਿੰਦੇ ਤਾਂ ਹੈਗੇ ਪੰਜਾਬ ਸਰਪਲਸ ਹੈਗਾ ਅਕਾਲੀ ਦਲ ਵੀ ਕਹਿੰਦਾ ਰਿਹਾ ਕਾਂਗਰਸ ਵੀ ਕਹਿੰਦੀ ਰਹੀ ਪਰ ਕਹਿੰਦੇ ਉਹਨੂੰ ਸਮਾਂ ਲੱਗੇਗਾ ਨਹੀਂ ਕੁਛ ਨਹੀਂ ਹੈ ਚਾਹੀਦਾ ਅਨਾਉਂਸਮੈਂਟ ਇਹ ਕਰਨੀ ਸੀ ਕਿ ਜੇ 10 ਰੁਪਏ ਪਰ ਯੂਨਿਟ ਹੁਣ ਸਰਕਾਰਾਂ ਕੀ ਕਰ ਰਹੀਆਂ ਉਹ ਇਹ ਕਰ ਰਹੀਆਂ ਕਿ ਕੁਛ ਨੂੰ ਤੇ ਹਾਈਲੀ ਸਬਸਿਡਾਈਜ਼ ਫ੍ਰੀ ਕਰ ਦਿੱਤਾ ਦੇਖੋ ਦਲਿਤਾਂ ਨੂੰ ਤੇ ਓਬੀਸੀ ਨੂੰ ਜਾਂ ਜਿੰਨਿਆਂ ਨੂੰ ਵੀ ਲੋੜਵੰਦਾਂ ਨੂੰ ਤੇ ਕਰ ਦਿੱਤਾ ਕੋਈ ਗੱਲ ਨਹੀਂ ਉਹਨਾਂ ਦਾ ਹੱਕ ਬਣਦਾ ਉਹਨਾਂ ਦਾ ਜੀਣ ਦਾ ਅਧਿਕਾਰ ਆ ਫੰਡਾਮੈਂਟਲ ਰਾਈਟ ਹੁਣ ਜਿਹਦੇ 5 ਟਿਊਬਵੈਲ ਆ 50 ਏਕੜ ਜ਼ਮੀਨ ਆ ਉਹ ਵੀ ਉਸੇ ਤਰ੍ਹਾਂ ਹੀ ਆ ਹੈ ਨਾ ਉਹ ਜਿਹਦਾ 2 ਏਕੜ ਆ ਤੇ 1 ਟਿਊਬਵੈਲ ਆ ਜਾਂ 3 ਏਕੜ ਆ 1 ਟਿਊਬਵੈਲ ਆ ਉਹਨੂੰ ਦੇਣਾ ਤੇ ਕੋਈ ਸਮਝ ਬਣਦੀ ਆ ਵੀ ਚਲੋ ਇਹਦੇ ਕੋਲ ਇਨਕਮ ਘੱਟ ਆ ਜੇ ਹੁਣ ਬਾਦਲ ਆਪ ਵੀ ਲਈ ਜਾਣ ਇਸੇ ਦਾ ਫਾਇਦਾ ਪਿੱਛੇ ਜਿਹੜਾ ਮਨਪ੍ਰੀਤ ਬਾਦਲ ਨੇ ਕਿਹਾ ਸੀ ਜੇ ਹਾਂ ਮੈਂ ਨਹੀਂ ਲਊਂਗਾ ਤੇ ਬਾਕੀ ਵੀ ਬੰਦ ਕਰਨ ਪਰ ਵੱਡੀ ਗੱਲ ਤਾਂ ਇਹ ਹੈ ਨਾ ਕਿ ਕਹਿ ਦਿੰਦੇ ਨੇ ਪਰ ਬੰਦ ਕੋਈ ਨਹੀਂ ਕਰਦਾ ਲਾਹੇ ਸਾਰੇ ਲੈ ਰਹੇ ਨੇ ਮੈਂ ਇਹੀ ਗੱਲ ਕਹਿ ਰਿਹਾ ਨਾ ਇਸ ਲਈ ਸਾਡੇ ਇੱਥੇ ਜਿਹੜੇ ਕਾਲੇ ਮਾਲੇ ਜ਼ਿਆਦਾ ਆ ਉਸ ਨੂੰ ਠੀਕ ਕਰਕੇ ਸਵਾਲ ਇਹ ਹੈ ਕਿ ਕੇਜਰੀਵਾਲ ਇਸ ਪਲਾਨ ਨਾ ਆਉਂਦਾ ਵੀ ਆਹ ਚੀਜ਼ਾਂ ਇੱਥੇ ਪਿਲਫਰੇਜ਼ ਹੈ ਆਹ ਚੀਜ਼ਾਂ ਬਿਜਲੀ ਦੇ ਮਹਿਕਮੇ 'ਚ ਵੀ ਇਹ ਇਸ ਤਰੀਕੇ ਨਾਲ ਅਸੀਂ ਠੀਕ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਅੱਧੇ ਰੇਟ ਦੇ ਉੱਤੇ ਬਿਜਲੀ ਦਿਆਂਗੇ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਹੈਗਾ ਮੈਂ ਖਬਰ ਪੜ੍ਹ ਰਿਹਾ ਸੀ ਇੱਕ ਪੰਜਾਬ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਜ਼ਿਕਰ ਕਰ ਦਿੱਤਾ ਸੀਗਾ ਕਿ ਜਿਹੜੀ ਕਰੀਮ ਲੇਅਰ ਹੈਗੀ ਆ ਉਹ ਚਾਹੇ OBC ਹੋਵੇ BC ਹੋਵੇ ਜਾਂ ਹੋਰ ਵੀ ਕਿਸੇ ਵੀ ਕੈਟਾਗਰੀ ਦੇ ਨਾਲ ਜੁੜਦੀ ਹੋਵੇ ਜਿਹੜੇ ਕਰੀਮ ਲੇਅਰ ਦੇ ਵਿੱਚ ਆ ਗਏ ਜਾਣੀ ਕਿ ਜਿਹੜੇ ਵਿਧਾਇਕ ਬਣ ਗਏ MP ਬਣ ਗਏ ਕੁਛ ਬਣ ਗਏ ਜਿਨ੍ਹਾਂ ਨੇ ਵੱਡੇ ਅਹੁਦੇ ਲੈ ਲਏ ਉਹਨਾਂ ਨੂੰ ਇਦਾਂ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਸਾਫ਼ ਤੌਰ ਤੇ ਕਿਹਾ ਉਹਨਾਂ ਨੇ ਨਹੀਂ ਲੱਗਦਾ ਕਿ ਇਦਾਂ ਦਾ ਫੰਡਾ ਹੋਣਾ ਚਾਹੀਦਾ ਪੰਜਾਬ ਨਹੀਂ ਦੇਖੋ ਉਹ ਤੇ ਸਾਰੇ ਮੰਗ ਕਰਦੇ ਆ ਵੀ ਇੰਜ ਹੋਊਗਾ ਜਿਹੜੇ ਪਹਿਲਾਂ ਇਹਨਾਂ ਦੇ 20 ਬਣੇ ਉਹਨਾਂ ਨੇ ਕਿੰਨੀਆਂ ਆਪਣੀਆਂ ਸਿਕਿਉਰਟੀਆਂ ਛੱਡੀਆਂ ਜੀ ਆ ਹੁਣ ਤੇ 20 MLA ਹੈਗੇ ਆ ਨਾ ਉਸ ਗਵਰਨਮੈਂਟ ਆਉਣ ਵਾਲੀ ਦਾ ਛੱਡੋ ਇਹਨਾਂ ਦੇ ਕਿੰਨਾਂ ਨੇ ਆਪਣੀਆਂ ਸੁੱਖ ਸਹੂਲਤਾਂ ਛੱਡੀਆਂ ਇਹ ਛੱਡਣ ਸਾਨੂੰ ਕਿਸੇ ਨੇ ਸਰਕਾਰੀ ਗੱਡੀ ਛੱਡੀ ਕਿਸੇ ਨੇ ਸਰਕਾਰੀ ਸਿਕਿਉਰਟੀ ਮੈਨ ਛੱਡੇ ਸਰਕਾਰੀ ਬਾਕੀ ਸਹੂਲਤਾਂ ਛੱਡੀਆਂ ਕੋਈ ਵੀ ਨਹੀਂ ਛੱਡਦਾ ਇਹ ਐਡੇ ਵੱਡੇ ਸੁਪਨੇ ਦਿਖਾਉਣੇ ਪਿਛਲੀ ਵਾਰੀ ਇਹੋ ਜਿਹਾ ਜਿਹੜਾ ਫੰਡਾ ਕਾਂਗਰਸ ਨੇ ਦਿਖਾਇਆ ਸੀ ਕਰਜ਼ਾ ਕੁਰਕੀ ਤੋਂ ਅਸੀਂ ਸਾਰਾ ਮੁਫਤ ਕਰ ਦਿਆਂਗੇ ਔਰ ਉਹਦੇ ਤੇ ਜਿੰਨਾ ਵੀ ਕਰਜ਼ਾ ਹੋਊ ਉਹਦੇ ਤੇ ਲਕੀਰ ਫੇਰ ਦਿਆਂਗੇ ਲੋਕਾਂ ਨੇ ਸੁਣ ਕੇ ਕਰਜ਼ੇ ਦੀਆਂ ਕਿਸ਼ਤਾਂ ਤਾਰਨੀਆਂ ਬੰਦ ਕਰਤੀਆਂ ਕੋਆਪਰੇਟਿਵਸ ਤੁਹਾਡੇ ਫੇਲ ਹੋ ਗਏ ਕਿਉਂਕਿ ਉੱਥੋਂ ਹੀ ਜ਼ਿਆਦਾ ਕਰਜ਼ੇ ਇਹੀ ਸਵਾਲ ਪੱਤਰਕਾਰਾਂ ਨੇ ਕੀਤਾ ਕਿ ਕਹਿੰਦੇ ਵੀ ਤੁਸੀਂ ਵੀ ਵਾਅਦੇ ਕਰਕੇ ਮੁੱਕਰ ਜਾਓਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਕੈਪਟਨ ਦਾ ਵਾਅਦਾ ਨਹੀਂ ਕੇਜਰੀਵਾਲ ਦੀ ਗਰੰਟੀ ਹੈ ਨਹੀਂ ਹੁਣ ਕੇਜਰੀਵਾਲ ਕੋਈ ਦੇਵਤਾ ਤਾਂ ਨਹੀਂ ਹੈ ਵੀ ਜਿਹੜਾ ਜੋ ਕਹੇ ਉਹੀ ਉਹਦੇ ਤੇ ਫੁੱਲ ਚੜ੍ਹਦੇ ਆ ਇਹੋ ਜਿਹੀਆਂ ਗੱਲਾਂ ਕੋਈ ਨਹੀਂ ਹੈ ਉਹ ਦੂਰ ਦੇ ਬੈਠੇ ਢੋਲ ਸਾਹਮਣੇ ਲੱਗਦੇ ਆ ਉਹ ਦਿੱਲੀ ਦੇ ਵਿੱਚ ਜੋ ਪਿੱਛੇ ਜਦੋਂ ਮੈਡੀਕਲ ਇੰਨਾ ਵੱਡਾ ਕਹਿੰਦੇ ਸਾਡਾ ਸਿਸਟਮ ਅਸੀਂ ਬਹੁਤ ਸਟਰੋਂਗ ਕੀਤਾ ਤੇ ਸਭ ਤੋਂ ਵੱਧ ਹੜਬੜਾਹਟ ਮੱਚ ਗਈ ਸੀ ਉੱਥੇ ਜਾ ਕੇ ਸੈਂਟਰਲ ਗਵਰਨਮੈਂਟ ਨੂੰ ਕੇਂਦਰੀ ਅਮਿਤ ਸ਼ਾਹ ਬਹੁਤ ਨੁਕਸਾਨ ਹੋਇਆ ਉੱਥੇ ਲੋਕਾਂ ਨੂੰ ਬਹੁਤ ਜਾਨੀ ਨੁਕਸਾਨ ਬੜਾ ਪ੍ਰੋਫੈਸਰ ਸਾਹਿਬ ਇਹ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬਿਜਲੀ ਮੁਫਤ ਮਿਲ ਰਹੀ ਹੈਗੀ ਆ ਇਹਦੇ ਵੈਸੇ ਜੇ ਅਸੀਂ ਸਟੇਟ ਦੇ ਤੌਰ ਤੇ ਪ੍ਰਭਾਵ ਦੇਖਣੇ ਹੋਣ ਕਿਉਂਕਿ 3.5 ਲੱਖ ਕਰੋੜ ਦੀ ਕਰਜ਼ਾਈ ਸਟੇਟ ਹੈਗੀ ਹੈ ਜਿਸ ਤਰੀਕੇ ਨਾਲ ਹੁਣ ਨਵੇਂ ਅੰਕੜੇ ਆਏ ਸੀ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ 90,000 ਕਰੋੜ ਹੋਰ ਚੜ੍ਹ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਆਪਾਂ ਦੇਖਦੇ ਤਾਂ 4.5 ਲੱਖ ਕਰੋੜ ਤੋਂ ਕਰਜ਼ਾ ਉੱਪਰ ਪੰਜਾਬ ਦੇ ਚਲੇ ਜਾਣਾ ਉਸ ਹਾਲਾਤਾਂ ਦੇ ਵਿੱਚ ਇਹ ਮੁਫਤ ਚੀਜ਼ਾਂ ਜਾਂ ਕੋਈ ਵੀ ਮੁਫਤ ਸ਼ਗੂਫੇ ਜਿਹੜੇ ਛੱਡੇ ਜਾਂਦੇ ਨੇ ਸਾਬਕਾ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਆਟਾ ਦਾਲ ਫ੍ਰੀ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਸਕੀਮਾਂ ਬਹੁਤ ਸਾਰੀਆਂ ਆਲਰੇਡੀ ਚੱਲ ਰਹੀਆਂ ਨੇ ਇਹ ਜਿਹੜੀਆਂ ਸਕੀਮਾਂ ਨੇ ਇਹਨਾਂ ਦਾ ਅਸਰ ਕੀ ਹੈਗਾ ਪੰਜਾਬ ਤੇ ਇਸ ਵੇਲੇ ਦੇਖੋ ਕੁਝ ਤੇ ਰਾਈਟ ਟੂ ਫੂਡ ਐਕਟ ਜਿਹੜਾ ਬਣਿਆ ਨਾ ਉਹਦੇ 'ਚ ਦਿੰਦੇ ਹੈਗੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਉਹਦੇ 'ਚ ਸਰਕਾਰ ਦਾ ਕੇਂਦਰੀ ਸਰਕਾਰ ਦਾ ਵਾਅਦਾ ਕਿ ਅਸੀਂ 1 ਰੁਪਏ ਕਿਲੋ ਬਾਜਰਾ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ ਜਿਹੜੇ ਹੈ ਉਹ 80-82 ਕਰੋੜ ਲੋਕਾਂ ਨੂੰ ਦੇਵਾਂਗੇ ਜਾਣੀ 50% ਸ਼ਹਿਰੀਆਂ ਨੂੰ 75% ਰੂਰਲ ਲੋਕਾਂ ਨੂੰ ਵੀ ਅਸੀਂ ਇਸ ਰੇਟ ਤੇ ਦੇਵਾਂਗੇ ਸਰਕਾਰ ਦੀ ਜ਼ਿੰਮੇਵਾਰੀ ਉਹ ਐਕਟ ਦੇ ਵਿੱਚ ਸਾਫ਼ ਲਿਖਿਆ ਜਿਹੜਾ ਆਟਾ ਦਾਲ ਸਕੀਮ ਜਾਂ ਤੇਲ ਸਕੀਮ ਆ ਉਹ ਤੇ ਚਲੋ ਖੈਰ ਆਪਾਂ ਮੰਨ ਲਓ ਕਿ ਉਹਦੇ ਵਿੱਚ ਕਵਰ ਹੁੰਦੀ ਗਰੀਬਾਂ ਨੂੰ ਉਸ ਕਿਸਮ ਦਾ ਦਿੰਦੇ ਹਾਲਾਂਕਿ ਮੈਂ ਚਾਹੁੰਦਾ ਕਿ ਲੌਂਗ ਰਨ ਦੇ ਵਿੱਚ ਇਹ ਵੀ ਉਹ ਨਹੀਂ ਠੀਕ ਚੀਜ਼ ਨਹੀਂ ਹੈ ਉਹਨਾਂ ਨੂੰ ਪੜ੍ਹਾਉਣ ਉਹਨਾਂ ਦੀ ਸਿਹਤ ਠੀਕ ਕਰਨ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਤੇ ਉਹਨਾਂ ਨੂੰ ਚੰਗਾ ਕੰਮ ਦੇਣ ਉਹ ਆਪਣੀ ਚੀਜ਼ਾਂ ਆਪ ਖਰੀਦ ਕੇ ਖਾਣ ਇਹ ਕੀ ਕੰਮ ਹੈ ਕਿ ਸਰਕਾਰੀ ਖਜ਼ਾਨਿਆਂ 'ਚੋਂ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਇਕੱਠਾ ਕਰੋ ਫਿਰ ਦਿਓ ਔਰ ਉਹਨਾਂ ਦੇ ਵਿੱਚ ਇੱਕ ਇਹ ਹੀਣ ਭਾਵਨਾ ਵੀ ਇੱਕ ਕਿਸਮ ਦੀ ਕਿ ਜੇ ਤੁਸੀਂ ਸਾਨੂੰ ਆਟਾ ਦੇ ਦਿੱਤਾ ਜਾਂ ਸਾਨੂੰ ਮਾੜੀ ਜੀ ਚੀਨੀ ਜਾਂ ਜੋ ਵੀ ਦਾਲ ਆ ਦੇਤੀ ਤੇ ਅਸੀਂ ਖਾ ਲਾਂਗੇ ਉਹਦੀ ਕੁਆਲਿਟੀ ਕੀ ਆ ਕੋਈ ਕਿਸੇ ਨੂੰ ਨਹੀਂ ਪੁੱਛਦਾ ਕਿ ਕਿੱਥੋਂ ਕਿੰਨਾ ਰਾਹ 'ਚ ਖਾ ਗਿਆ ਉਹਦੇ ਵਿੱਚੋਂ ਡਿਸਟ੍ਰੀਬਿਊਸ਼ਨ ਦੇ ਵਿੱਚ ਕਿੰਨੀ ਪਿਲਫਰੇਜ ਹੋ ਗਈ ਉਹਦਾ ਕੋਈ ਨਹੀਂ ਪਤਾ ਤੁਹਾਨੂੰ ਪਤਾ ਹੀ ਆ ਜਿਹੜੇ ਪਿੱਛੇ
ਕਰੋਨਾ ਦੇ ਨਾਂ ਦੇ ਉੱਤੇ ਕਿੰਨਾ ਆਟਾ ਜਾਂ ਜਿਹੜੇ ਸਾਰੇ ਪੈਕਟ ਤਸਵੀਰਾਂ ਬੜੀਆਂ ਸਾਹਮਣੇ ਆਉਂਦੀ ਰਹੀਆਂ, ਕਣਕ ਤੇ ਪਾਣੀ ਪਾ ਕੇ ਭਾਰੀ ਕਰਦੇ ਰਹੇ। ਬਿਲਕੁਲ, ਇਹ ਜਿਹੜੇ ਕੰਮ 'ਚੋਂ ਦੇਸ਼ ਨੂੰ ਕੱਢਣਾ ਚਾਹੀਦਾ। ਸਾਨੂੰ ਇਹੋ ਜਿਹੇ ਇਕਨੋਮਿਕਸ ਲਿਆਉਣੀ ਚਾਹੀਦੀ, ਅਰਥ ਵਿਵਸਥਾ ਇੱਥੇ ਪੰਜਾਬ ਦੀ ਕਾਇਮ ਕਰਨੀ ਚਾਹੀਦੀ ਹੈ ਕਿ ਜਿਹਦੇ ਵਿੱਚ ਲੋਕ ਮੁਫਤਖੋਰੀ ਦੀ ਜਗ੍ਹਾ ਜਾਂ ਕਿ ਕਿਸੇ ਤੇ ਸਰਕਾਰ ਦੇ ਉੱਤੇ ਡਿਪੈਂਡੈਂਟ ਹੋਣ ਦੀ ਜਗ੍ਹਾ ਉਹ ਸਸ਼ਕਤ ਹੋਣ, ਤਕੜੇ ਹੋਣ। ਔਰ ਤਕੜੇ ਤਾਂ ਹੀ ਹੋ ਸਕਦੇ ਜੇ ਉਹਨਾਂ ਦੀ ਪੜ੍ਹਾਈ ਚੰਗੀ ਹੋਊਗੀ, ਉਹਨਾਂ ਦੀ ਸਿਹਤ ਵਿਵਸਥਾ ਠੀਕ ਹੋਊਗੀ ਔਰ ਉਹਨਾਂ ਨੂੰ ਨੌਕਰੀਆਂ ਜਾਂ ਕੰਮ, ਜਿਸ ਕਿਸਮ ਦਾ ਵੀ ਕੰਮ ਉਹ ਕਰਨ ਦੇ ਕਾਬਿਲ ਹੈ, ਉਹਨਾਂ ਨੂੰ ਪੂਰਨ ਕੰਮ ਦਾ ਇੰਤਜ਼ਾਮ ਸਰਕਾਰਾਂ ਦਾ ਹੈਗਾ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ, ਕਿਉਂਕਿ ਇਸੇ ਕਰਕੇ ਸਰਕਾਰ ਨੂੰ ਚੁਣਿਆ ਜਾਂਦਾ ਹੈਗਾ। ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਸੀ, ਤੁਸੀਂ ਵੀ ਇੱਕ ਬੜੀ ਅਹਿਮ ਗੱਲ ਛੇੜੀ ਕਿ ਇਹ ਮੁਫਤ ਸਹੂਲਤਾਂ ਉਹਨਾਂ ਤਬਕਿਆਂ ਦੇ ਲਈ ਹੈਗੀਆਂ ਜਿਨ੍ਹਾਂ ਦਾ ਰੁਜ਼ਗਾਰ ਨਹੀਂ ਚੱਲ ਰਿਹਾ, ਜਿਨ੍ਹਾਂ ਦਾ ਹੀਲਾ ਕੋਈ ਨਹੀਂ ਹੋ ਰਿਹਾ। ਸਰਕਾਰਾਂ ਹੀਲਾ ਕਰਨ ਦੀ ਕੋਸ਼ਿਸ਼ ਕਰਨ ਦੇ ਦਾਅਵੇ ਕਰਦੀਆਂ ਨੇ ਪਰ ਹੀਲਾ ਨਹੀਂ ਹੋ ਰਿਹਾ। ਪਰ ਨਾਲ ਦੀ ਨਾਲ ਇੱਕ ਫਾਇਦਾ, ਇੱਕ ਵੱਡੀ ਕਰੀਮ ਲੇਅਰ ਜਿਹੜੀ ਹੈਗੀ ਹੈ, ਇੱਕ ਵੱਡਾ ਤਬਕਾ ਜਿਹੜਾ ਹੈਗਾ ਜਿਹਦੇ ਕੋਲ ਸਾਰੀਆਂ ਸੁੱਖ ਸਹੂਲਤਾਂ ਹੈਗੀਆਂ, ਉਹ ਵੀ ਨਾਲ ਦੀ ਨਾਲ ਲੈ ਰਿਹਾ ਹੈਗਾ। ਕਿੰਨੇ ਕੁ ਲੋਕ ਤੁਹਾਡੇ ਹਿਸਾਬ ਨਾਲ ਇੱਦਾਂ ਦੇ ਹੈਗੇ ਆ ਵੀ ਜਿਹੜੇ ਵੱਡੀ ਕਰੀਮ ਜਿਹੜੀ ਜਾਂ ਧਨਾੜ ਹੈਗੇ ਨੇ ਪਰ ਉਹ ਇਹਨਾਂ ਸਕੀਮਾਂ ਦਾ ਰੱਜ ਕੇ ਲਾਹਾ ਜਾਂ ਪੰਜਾਬ ਦੇ ਖਜ਼ਾਨੇ ਦੇ ਰੱਜ ਕੇ ਬੋਝ ਪਾ ਰਹੇ? ਮੈਨੂੰ ਲੱਗਦਾ ਕਿ ਜੇ ਬਹੁਤਾ ਨਹੀਂ ਤੇ 40-50% ਤੱਕ ਹੋਊਗਾ। ਆਪਾਂ ਇੰਨਾ ਕੁ ਬਚਾ ਸਕਦੇ ਹਾਂ ਇਸ ਦੇ ਵਿੱਚੋਂ ਵੀ। ਜਿਸ ਤਰ੍ਹਾਂ ਹੁਣ 10.5 ਕਰੋੜ ਤੋਂ ਉੱਪਰ ਅਸੀਂ ਸਬਸਿਡੀ ਦੇ ਰਹੇ ਹਾਂ। ਜੇ ਇਸ ਨੂੰ ਰੈਸ਼ਨਲਾਈਜ਼ ਕਰਤਾ ਜਾਏ ਕਿ ਜਿੱਥੇ ਟਾਰਗੇਟਡ ਕਰਤਾ ਜਾਏ ਵੀ ਐਸ ਨੂੰ ਅਸੀਂ ਦੇਵਾਂਗੇ, ਉਹਨਾਂ ਨੂੰ ਜ਼ਿਆਦਾ ਸਖਤ ਲੋੜ ਹੈਗੀ ਹੈ, ਤਾਂ ਫਿਰ ਇਸ ਦੇ ਵਿੱਚੋਂ ਜੇ ਘੱਟੋ ਘੱਟ ਜੇ 10.5 ਕਰੋੜ ਚੋਂ ਜੇ 4,000 ਕਰੋੜ ਵੀ ਸਾਡਾ ਬਚ ਜੇ, ਜ਼ਿਆਦਾ ਨਹੀਂ ਤਾਂ ਬਹੁਤ ਪੈਸਾ। ਇਸ 4-4.5 ਕਰੋੜ ਹੀ ਕੈਪਟਨ ਨੇ ਅਜੇ ਤੱਕ ਮਾਫ ਕੀਤਾ ਕਰਜ਼ਾ, ਬਾਕੀ ਤਾਂ ਹੋਇਆ ਹੀ ਨਹੀਂ ਕੁਛ। ਬਾਕੀ ਤਾਂ ਉਸ 80 ਦਾ 80 ਉਸੇ ਤਰ੍ਹਾਂ ਹੀ ਖੜਾ। ਤੇ ਇਹਦਾ ਮਤਲਬ ਜੇ ਇੰਨਾ ਪੈਸਾ ਸਾਨੂੰ ਹਰ ਸਾਲ ਬਾਜੇ ਤੇ ਹਰ ਸਾਲ ਅਸੀਂ ਇੰਨਾ ਕਿਤੇ ਵਿਕਾਸ ਦੇ ਵਿੱਚ ਲਾ ਹੀ ਸਕਦੇ ਹਾਂ। ਦੂਜੀ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ 9,000 ਕਰੋੜ ਰੁਪਈਆ ਹੁਣੇ 6ਵਾਂ ਪੇ ਕਮਿਸ਼ਨ ਲਾਗੂ ਕਰਨਾ, ਉਹਦੇ ਤੇ ਆਉਣਾ। ਉਹ ਰੌਲਾ ਪਾ ਰਹੇ ਸਾਰੇ ਅਪਲਾਈ ਵੀ ਸਾਨੂੰ ਤਾਂ ਪੈਸੇ ਹੀ ਨਹੀਂ ਤੁਸੀਂ ਪੂਰੇ ਦੇ ਰਹੇ, ਜਿੰਨਾ ਸਾਨੂੰ ਲੋੜ ਸੀਗੀ। ਜੋ 6ਵੇਂ ਪੇ ਕਮਿਸ਼ਨ ਦੀਆਂ ਜਿੰਨੀਆਂ ਸਹੂਲਤਾਂ ਮਿਲਣੀਆਂ ਸੀ ਉਹਨੂੰ ਤੁਸੀਂ ਕੱਟ ਲਾ ਕੇ ਦੇ ਰਹੇ ਆ, ਇਹ ਸਾਨੂੰ ਪੂਰਾ ਦਿਓ। ਇਹਦਾ ਮਤਲਬ ਹੈ 15-16,000 ਕਰੋੜ ਰੁਪਈਆ ਦਾ ਉਹ ਗੱਲ ਪਹੁੰਚਾ ਰਹੇ ਆ ਵੀ ਹੋਰ ਅੱਗੇ ਚੱਲੋ। ਮੈਨੂੰ ਸਮਝ ਨਹੀਂ ਆਉਂਦੀ ਕਿ 72 ਲੱਖ ਲੋਕਾਂ ਨੂੰ ਇਹ ਮੁਫਤ ਦੇਣ ਦੀ ਪਹਿਲਾਂ ਬਿਜਲੀ 72 ਲੱਖ ਨੂੰ ਦੇਣੀ ਕਿ ਜਿਹੜਾ ਪੇ ਕਰ ਸਕਦਾ ਆ ਬੰਦਾ, ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਜਾਂ ਜਿਹੜੇ ਸਾਰੇ ਆ ਡੋਮੈਸਟਿਕ ਵਾਲੇ, ਉਹ ਕਿਉਂ ਨਾ ਚੰਡੀਗੜ੍ਹ ਦੇ ਵਿੱਚ ਅੱਧੇ ਲੋਕ ਤੇ ਇਹੋ ਜਿਹੇ ਘੱਟੋ ਘੱਟ ਹੋਣਗੇ। ਵੈਸੇ ਰੇਟ ਤੇ ਵੀ ਗੱਲ ਹੋਣੀ ਚਾਹੀਦੀ ਹੈ, ਰੇਟ ਘੱਟ ਕਰ ਲਓ, ਕਿਉਂਕਿ ਸਿੱਧੇ ਤੌਰ ਤੇ ਵੀ ਵੱਡੀ ਗੱਲ ਚਰਚਾ ਛਿੜਦੀ ਹੈ ਕਿ ਪੰਜਾਬ ਆਪਣੀ ਬਿਜਲੀ ਆਪ ਪੈਦਾ ਕਰਦਾ ਫਿਰ ਵੀ ਮਹਿੰਗੀ ਮਿਲ ਰਹੀ। ਭੋਗਲ ਜੀ, ਮੈਂ ਤੇ ਪਹਿਲਾਂ ਕਹਿਦਾ, ਮੈਂ ਹੁਣ ਫਿਰ ਦੁਬਾਰਾ ਦੁਹਰਾਉਣਾ ਕਿ ਇਸ ਨੂੰ ਰੈਸ਼ਨਲਾਈਜ਼ ਕਰਕੇ, ਇਸ ਨੂੰ ਪ੍ਰੋਪਰ ਡਿਸਟ੍ਰੀਬਿਊਸ਼ਨ ਕਰਕੇ, ਜਿਹੜੇ ਵੈਸੇ ਵੀ ਇਹਨਾਂ ਦਾ ਸਲੈਬ ਸਿਸਟਮ ਹੈ, ਜਿਹੜਾ ਥੋੜਾ ਬਿਜਲੀ ਖਰਚਦਾ ਉਹਨੂੰ ਸਸਤੀ ਮਿਲਦੀ ਹੈ। 2 ਮਹੀਨੇ ਬਾਅਦ ਬਿੱਲ ਭੇਜਦੇ ਆ। ਹਾਂਜੀ, ਕਿ 1 ਮਹੀਨੇ ਬਾਅਦ ਭੇਜਣ ਤੇ ਯੂਨਿਟਾਂ ਘੱਟ ਫੂਕ ਹੋਣਗੀਆਂ, 2 ਮਹੀਨੇ ਬਾਅਦ ਭੇਜਣਗੇ ਫਿਰ ਉਸ ਹਿਸਾਬ ਨਾਲ ਬਦਮਾਸ਼ੀ ਹੈਗੀ ਆ। ਉਹ ਲੋਕਾਂ ਦੀ ਜੇਬ ਨੂੰ ਕੱਟਣ ਵਾਲੀ ਗੱਲ ਹੈ ਵੀ ਇਕੱਠੇ ਯੂਨਿਟ ਭੇਜੋਗੇ ਤੇ ਸਲੈਬ ਜ਼ਿਆਦਾ ਹੋ ਜੂਗੀ ਤੇ ਉਹਨਾਂ ਨੂੰ ਜ਼ਿਆਦਾ ਦੇਣੇ ਪੈਣਗੇ। ਜੇ ਹਰ ਮਹੀਨੇ ਭੇਜਣਗੇ ਤੇ ਉਹਨਾਂ ਨੂੰ ਰੈਵਨਿਊ ਘਟੂਗਾ। ਪਰ ਚਲੋ ਇਹ ਮਾਈਨਰ ਗੱਲਾਂ ਹੈਗੀਆਂ। ਜੇ ਇਸ ਨੂੰ ਰੈਸ਼ਨਲਾਈਜ਼ ਕਰਤਾ ਜਾਏ, ਇੱਕ ਤੇ ਜਿੱਥੇ ਜ਼ਰੂਰਤ ਆ ਉੱਥੇ ਹੋਊਗਾ, ਦੂਸਰਾ ਜਦੋਂ ਰੈਵਨਿਊ ਬਚੂਗਾ, ਜਿਹੜਾ ਮੰਨ ਲਓ ਮੈਂ ਹੀ ਜਿਸ ਤਰ੍ਹਾਂ ਦੱਸ ਰਿਹਾ ਸੀ ਕਿ 4,000 ਕਰੋੜ ਰੁਪਈਆ ਬਚੂ, ਉਹਦੇ ਨਾਲ ਬਿਜਲੀ ਦੇ ਰੇਟ ਥੱਲੇ ਕਰ ਦਿਓ, ਸਾਰਿਆਂ ਨੂੰ ਫਾਇਦਾ ਹੋ ਜਾਊਗਾ। ਗਰੀਬ ਦਾ ਵੀ ਫਾਇਦਾ ਹੈ ਕਿਉਂਕਿ ਉਹਨੂੰ ਤੁਸੀਂ ਫ੍ਰੀ ਦੇ ਰਹੇ ਆ, ਮਿਡਲ ਕਲਾਸ ਦਾ ਫਾਇਦਾ ਹੈ ਕਿ ਉਹਨੂੰ ਸਸਤੀ ਦੇ ਰਹੇ ਆ। ਇਸ ਲਈ ਇਸ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ, ਨਾ ਕਿ ਜਿੰਨਾ ਕੁ ਪਹਿਲਾਂ ਅਸੀਂ ਵਿਗਾੜਿਆ ਹੋਇਆ ਉਹਦੇ ਵਿੱਚ ਹੋਰ ਥੋੜ੍ਹਾ ਜਿਹਾ ਪਾ ਕੇ ਉਹਨੂੰ ਰਹਿੰਦਾ ਖੁੰਦਾ ਵੀ ਖਤਮ ਕਰ ਦਿਓ। ਕੇਜਰੀਵਾਲ ਉਹਨਾਂ ਦਾ ਇਹ ਸੁਨੇਹਾ ਦੇਣਾ ਸਵਾਏ ਵੋਟ ਬਟੋਰਨ ਤੋਂ, ਲੋਕਾਂ ਨੂੰ ਭਰਮਤ ਕਰਨ ਤੋਂ, ਲੋਕਾਂ ਨੂੰ ਲਾਲਚ ਦੇਣ ਤੋਂ ਤੇ ਮੁਫਤ ਕੋਰੇ ਬਣਾਉਣ ਤੋਂ, ਮੈਨੂੰ ਨਹੀਂ ਲੱਗਦਾ ਇਹਦਾ ਕੋਈ ਜ਼ਿਆਦਾ ਮੈਸੇਜ। ਸਾਹਿਬ, ਵੈਸੇ ਇੱਕ ਵੱਡਾ ਤਬਕਾ ਹੈਗਾ ਜਿਹੜਾ 300 ਯੂਨਿਟ ਤੱਕ ਬਿਜਲੀ ਫੂਕਦਾ ਹੈਗਾ, ਤਾਂ ਲੱਗਦਾ ਨਹੀਂ ਕਿ ਵੈਸੇ ਉਚੇਚੇ ਤੌਰ 'ਤੇ ਅਸੀਂ ਜੇ ਸਮਝਣ ਦੀ ਕੋਸ਼ਿਸ਼ ਕਰੀਏ, ਸਰਸਰੀ ਨਜ਼ਰ ਮਾਰੀਏ, ਤਾਂ ਉਹਨਾਂ ਨੂੰ ਫਾਇਦਾ ਹੋਊਗਾ? ਨਹੀਂ, ਫਾਇਦਾ ਤੇ ਚਲੋ ਮੁਫਤ ਦਾ ਕੋਈ ਵੀ ਕੰਮ ਮਿਲ ਜੇ, ਸਾਡੇ ਤੇ ਮੁਫਤ ਦੀ ਕੋਈ ਜੁੱਤੀ ਵੀ ਦੇ ਜੇ ਤੇ ਲੈ ਲੈਣਗੇ। ਪਰ ਇਹ ਤਰੀਕਾ ਕਿਹੜਾ ਹੈਗਾ? ਤੁਸੀਂ ਸਟੇਟ ਚਲਾਉਣੀ ਆ, ਔਰ ਸਟੇਟ ਦੇ ਸਮਾਜ ਦੇ ਅੰਦਰ ਸਾਰੇ ਲੋਕ ਇੱਕੋ ਜਿਹੇ ਨਹੀਂ ਹੈ। ਜਿਹੜਾ ਦੇਸ਼ ਹੁਣ ਟੈਕਸ ਸਾਡੇ ਤੋਂ ਡਾਇਰੈਕਟ ਟੈਕਸ ਕਿਉਂ ਲੈਂਦੇ ਆ ਜੀ? ਕਿਉਂਕਿ ਸਾਨੂੰ ਜਿਹੜੀ ਸਰਕਾਰ ਹੈ ਪੈਸੇ ਜ਼ਿਆਦਾ ਦਿੰਦੀ ਹੈ। ਇੰਡਸਟਰੀ ਤੋਂ ਕਿਉਂ ਡਾਇਰੈਕਟ ਟੈਕਸ ਇੰਨਾ 30% 35% ਤੱਕ ਲੈਂਦੇ ਆ? ਕਿਉਂਕਿ ਉਹ ਦੇ ਸਕਦੇ ਆ, ਕਿਉਂਕਿ ਉਹਨਾਂ ਦੀ ਇਨਕਮ ਜ਼ਿਆਦਾ ਹੈ, ਕਿਉਂਕਿ ਉਹ ਮਜ਼ਦੂਰੀ ਸਸਤੀ ਅੰਗੇਜ਼ ਕਰਦੇ। ਇਸ ਲਈ ਜਿਹੜਾ ਇੱਥੇ ਸਰਕਾਰਾਂ ਨੂੰ ਦੇ ਸਕਦਾ ਉਹਦੇ ਕੋਲ ਲੈਣਾ ਚਾਹੀਦਾ, ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਵਾਪਸ ਵੀ ਕਰਨਾ ਚਾਹੀਦਾ। ਇਸ ਲਈ ਸਮਾਜ ਦੀ ਜਿਹੜੀ ਓਵਰਆਲ ਇੱਕ ਚੰਗੇ ਸੰਜੀਦਾ ਢੰਗ ਦੇ ਨਾਲ ਸਸਟੇਨੇਬਲ ਡਿਵੈਲਪਮੈਂਟ ਕਰਨ ਦਾ ਵਿਕਾਸ, ਜਿਹੜਾ ਲਗਾਤਾਰ ਚੱਲਦਾ ਰਹੇ ਵਿਕਾਸ, ਉਸ ਉਹੋ ਜਿਹਾ ਸਿਸਟਮ ਲਿਆਉਣ ਦੀ ਜਗ੍ਹਾ
ਤੁਸੀਂ ਪੈਲੀਏਟਿਵ ਕਿਸੇ ਉੱਥੇ ਮਾੜੀ ਜੀ ਬੁਰਕੀ ਪਾਤੀ, ਉੱਥੇ ਦੇਤਾ ਝਾਂਸਾ ਦੇਤਾ, ਇਹ ਤੇ ਝਾਂਸਿਆਂ ਵਾਲੀਆਂ ਗੱਲਾਂ ਹੈਗੀਆਂ। ਫਿਰ ਇਹ ਕੇਜਰੀਵਾਲ ਦਾ ਤੇ ਪੁਰਾਣੀ ਜਿਹੜੀ ਕੈਪਟਨ ਦੀ ਸਰਕਾਰ ਫਰਕ ਕੀ ਹੋਇਆ? ਫਰਕ ਹੀ ਰਹਿ ਜਾਊਗਾ, ਕਿਉਂਕਿ ਪੋਲੀਟੀਕਲ ਪਾਰਟੀਆਂ ਉਹੀ ਚੀਜ਼ਾਂ ਕਰਦੀਆਂ ਨੇ ਜਿੱਥੋਂ ਜ਼ਿਆਦਾ ਆਵਾਮ ਨੂੰ ਪ੍ਰਭਾਵ ਸਕਣ। ਪ੍ਰੋਫੈਸਰ ਸਾਹਿਬ, ਲੱਗਦਾ ਕਿ ਇਸ ਵਾਰ ਲੋਕਾਂ ਨੂੰ ਤਹੱਈਆ ਕਰ ਲੈਣਾ ਚਾਹੀਦਾ ਕਿ ਜਿਹੜੇ ਚੋਣ ਤੁਸੀਂ ਵਾਅਦੇ ਕਰਨੇ ਆ ਉਹਨਾਂ ਨੂੰ ਲੀਗਲ ਡਾਕੂਮੈਂਟ ਬਣਾ ਦਿਓ। ਇਹ ਦੇਖੋ ਬੜਿਆ, ਮੈਂ ਇਹ ਚਰਚਾ ਲਗਾਤਾਰ ਆਉਂਦੀ, ਮੈਂ ਕਈਆਂ ਚੈਨਲਾਂ ਤੇ ਜਾਣਾ, ਇਹ ਸੁਖਬੀਰ ਬਾਦਲ ਨੇ ਮੰਗ ਕੀਤੀ ਸੀ। ਮੈਂ ਬੜਾ ਹੈਰਾਨ ਸੀ ਵੀ ਉਹ ਮੰਗ ਕਰ ਰਿਹਾ। ਹੁਣ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਵੀ ਤੁਸੀਂ ਐਤਕੀ ਫਿਰ ਲੀਗਲ ਡਾਕੂਮੈਂਟ ਬਣਾਓਗੇ? ਉਹ ਇਹ ਤੇ ਨਹੀਂ ਜਵਾਬ ਦਿੰਦੇ, ਪਰ ਇਹ ਕਹਿਣ ਲੱਗ ਪਏ ਵੀ ਅਸੀਂ ਉਨੇ ਹੀ ਵਾਅਦੇ ਕਰਾਂਗੇ ਜਿੰਨੇ ਨਿਭਾ ਸਕਾਂਗੇ। ਪਰ ਮੇਰਾ ਖਿਆਲ ਹੈ ਕਿ ਜਿਨ੍ਹਾਂ ਦੀਆਂ ਉਹ ਪੁਰਾਣੀਆਂ ਸਟੇਟਮੈਂਟਾਂ ਲੈ ਕੇ ਸੁਖਬੀਰ ਬਾਦਲ ਉਹਨਾਂ ਦੀਆਂ, ਤੁਹਾਨੂੰ ਵੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਘੱਟੋ ਘੱਟ ਉਹ ਜਿਹੜੀ ਪਾਰਟੀ ਕਹਿ ਰਹੀ ਆ ਉਹ ਤੇ ਬਣਾਵੇ, ਬਾਕੀ ਦਿਆਂ ਦਾ ਵੀ ਦੇਖਿਆ ਜਾਵੇ, ਦਬਾਅ ਪਊਗਾ। ਔਰ ਦੂਸਰਾ, ਇਲੈਕਸ਼ਨ ਕਮਿਸ਼ਨ ਕਿਉਂ ਸੁੱਤਾ ਬੈਠਾ ਵੀ? ਉਹ ਇਹ ਡਿਊਟੀਆਂ ਨਾ ਤੁਹਾਡੀਆਂ, ਨਾ ਮੇਰੀਆਂ, ਨਾ ਸੁਖਬੀਰ ਬਾਦਲ ਦੀਆਂ, ਨਾ ਕੈਪਟਨ ਦੀਆਂ, ਨਾ ਕੇਜਰੀਵਾਲ ਦੀਆਂ। ਉਹ ਤੇ ਆਪਣੇ ਸੱਤਾ ਲਈ ਜੋ ਉਹਨਾਂ ਨੇ ਕਾਰਗੁਜ਼ਾਰੀ ਕਰਨੀ ਆ। ਜਿਹੜੇ ਬੰਦੇ ਆ ਕੇ ਦਲਿਤਾਂ ਦੇ ਨਾਂ 'ਤੇ ਵੋਟ ਮੰਗਦੇ ਆ, ਜਿਹੜੇ ਬੰਦੇ ਆ ਕੇ ਔਰਤਾਂ ਨੂੰ ਪਰਮਿਤ ਕਰਕੇ ਉਹਨਾਂ ਦੇ ਨਾਂ 'ਤੇ ਵੋਟਾਂ ਮੰਗਦੇ ਆ, ਮੁਫਤਖੋਰੇ ਬਣਾ ਕੇ ਵੋਟਾਂ ਮੰਗਦੇ ਆ, ਧਰਮ ਦੇ ਨਾਂ 'ਤੇ ਵੋਟਾਂ ਮੰਗਦੇ ਆ, ਜਾਤਾਂ ਦੇ, ਇਹ ਸਾਰਿਆਂ ਦਾ ਕਿਉਂ ਨਹੀਂ ਨੋਟਿਸ ਲੈਂਦਾ ਇਲੈਕਸ਼ਨ ਕਮਿਸ਼ਨ? ਔਰ ਉਹਨਾਂ ਨੂੰ ਲਾਈਨ ਹਾਜ਼ਰ ਕਰਨਾ ਚਾਹੀਦਾ। ਖਬਰਦਾਰ ਜੇ ਤੁਸੀਂ ਇਹੋ ਜਿਹਾ ਕੀਤਾ, ਸਾਡੇ ਸੰਵਿਧਾਨ ਦੀ ਉਲੰਘਣਾ ਹੈ। ਅਸੀਂ ਇੱਥੇ ਲੋਕਾਂ ਨੂੰ ਜੋੜਨਾ ਕਿ ਲੋਕਾਂ ਨੂੰ ਤੋੜਨਾ ਹੈ? ਲੋਕਾਂ ਸਮਾਜ ਨੂੰ ਕਮਜ਼ੋਰ ਕਰਨਾ ਕਿ ਮਜ਼ਬੂਤ ਕਰਨਾ? ਸ਼ਾਇਦ ਇਲੈਕਸ਼ਨ ਕਮਿਸ਼ਨ ਆਪਣੀ ਡਿਊਟੀ ਨਹੀਂ ਨਿਭਾ ਰਿਹਾ, ਪਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਲੋਕਾਂ ਤੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਕਿ ਘੱਟੋ ਘੱਟ ਜਦੋਂ ਕੋਈ ਸਿਆਸਤਦਾਨ ਘਰ ਆਉਂਦਾ ਉਹ ਤੋਂ ਇਹ ਸਵਾਲ ਜ਼ਰੂਰ ਕਰ ਲਓ ਕਿ ਤੁਸੀਂ ਲੀਗਲ ਡਾਕੂਮੈਂਟ ਬਣਾਉਣ ਜਾ ਰਹੇ ਹੋ, ਆਪਣੇ ਵਾਅਦੇ ਜਿਹੜੇ ਪੂਰੇ ਕਰਨੇ ਆ ਉਹ ਸਾਨੂੰ ਸਬੂਤ ਦੇ ਕੇ ਜਾਓ, ਲਿਖਤੀ ਦੇ ਕੇ ਜਾਓ। ਪਰ ਭੁਗਲੇ ਅਫਸੋਸ ਦੀ ਗੱਲ ਨਹੀਂ, ਭਾਵੇਂ ਸਾਡੀ ਬਿਊਰੋਕ੍ਰੇਸੀ ਹੈ, ਭਾਵੇਂ ਸਾਡੇ ਜੱਜ ਸਾਹਿਬਾਨ, ਸਾਡੀ ਜੁਡੀਸ਼ਰੀ ਹੈ, ਭਾਵੇਂ ਪੁਲਿਸ ਹੈ, ਭਾਵੇਂ ਇਲੈਕਸ਼ਨ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬਾਡੀ, ਇੰਨੀਆਂ ਸੁੱਖ ਸਹੂਲਤਾਂ ਤੁਸੀਂ ਜਾ ਕੇ ਦੇਖੋ, ਕਿੱਡੀ ਬਿਲਡਿੰਗ, ਕਿੱਡਾ ਵੱਡੇ ਪੈਰਾਫਰਨੇਲੀਆ, ਫਿਰ ਉਹਨਾਂ ਨੂੰ ਬੰਦ ਕਰ ਦਿਓ ਜੇ ਨਹੀਂ ਕੁਝ ਕਰਨਾ। ਤੇ ਆਪਾਂ ਕਿਉਂ ਨਾ ਉਮੀਦ ਕਰੀਏ, ਕਿਉਂ ਨਾ ਉਹਨਾਂ ਨੂੰ ਕਹੀਏ ਕਿ ਤੁਸੀਂ ਆਪਣਾ ਕੰਮ ਨਹੀਂ ਕਰ ਰਹੇ? ਤੁਸੀਂ ਦੂਜਾ ਕਹਿ ਰਹੇ ਆ, ਤੁਸੀਂ ਬੜੇ ਪ੍ਰੈਗਮੈਟਿਕ ਆ, ਤੁਸੀਂ ਇਹ ਕਹਿ ਰਹੇ ਕਿ ਜਿਵੇਂ ਕਿਸਾਨਾਂ ਨੇ ਡੰਡਾ ਚੱਕਿਆ ਫੇਰ ਹੀ ਸੂਤਰ ਆਉਂਦੇ ਆ, ਉਹ ਤੇ ਹੈ ਹੀ ਹੈ। ਉਹ ਆਪਾਂ ਉਹੀ ਕਹਿ ਰਹੇ ਹਾਂ ਲੋਕਾਂ ਨੂੰ ਕਿ ਜਿਹੜੇ ਵੀ ਆਉਂਦੇ ਤੁਹਾਡੇ ਕੋਲੋਂ, ਤੁਸੀਂ ਉਹਨਾਂ ਕੋਲੋਂ ਸਾਰਿਆਂ ਨੂੰ, ਕੋਈ ਵੀ ਪਾਰਟੀ ਹੁੰਦੀ ਆ, ਕੇਜਰੀਵਾਲ ਦੀ ਹੋਵੇ, ਕਾਂਗਰਸ ਹੋਏ ਜਾਂ ਅਕਾਲੀ ਹੋਣ, ਉਹਨਾਂ ਨੂੰ ਕਹੋ, ਮੈਂ ਕਿਹਾ ਜਵਾਬ ਦਿਓ, ਹਿਸਾਬ ਦਿਓ। ਇਹ ਕੀ ਮੂਵਮੈਂਟ ਜਿਹੜੀ ਵੱਡੇ ਪੱਧਰ 'ਤੇ ਚੱਲਣੀ ਚਾਹੀਦੀ ਆ। ਹਰ ਬੰਦੇ ਨੂੰ ਇਹ ਪਿੰਡੋ ਪਿੰਡੀ ਲਿਖ ਕੇ ਨਾਅਰਾ ਲਾ ਦੇਣਾ ਚਾਹੀਦਾ, ਸਾਨੂੰ ਜਵਾਬ ਦਿਓ, ਤੁਸੀਂ ਵਾਅਦੇ ਕੀਤੇ ਸੀ ਕਿੱਥੇ ਗਏ, ਤੇ ਸਾਨੂੰ ਕੱਲੀ ਗੱਲ ਦਾ ਹਿਸਾਬ ਦਿਓ ਕਿ ਤੁਸੀਂ ਕੀ ਕੁਝ ਲੁੱਟਿਆ ਤੇ ਕੀ ਕੁਝ ਲੋਕਾਂ ਨੂੰ ਦਿੱਤਾ। ਇਸ ਲਈ ਜਵਾਬ ਦਿਓ, ਹਿਸਾਬ ਦਿਓ ਦੀ ਇਸ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਕੰਪੇਨ ਚੱਲਣੀ ਚਾਹੀਦੀ ਆ। ਔਰ ਤਾਂ ਕਿ ਲੋਕਾਂ, ਜੇ ਇਲੈਕਸ਼ਨ ਕਮਿਸ਼ਨ ਆਪਣਾ ਨਹੀਂ ਕੰਮ ਕਰਦਾ, ਜੇ ਪਾਰਟੀਆਂ ਨੇ ਆਪਣਾ ਬਿਲਕੁਲ ਹੀ ਬੇਸ਼ਰਮੀ ਵਾਲਾ ਰਸਤਾ ਲੈ ਲਿਆ ਆ, ਤਾਂ ਲੋਕ ਉਹਨਾਂ ਦੀ ਜਿਹੜੇ ਅਸਲੀ ਮਾਸਕ ਆ, ਉਹਨਾਂ ਨੇ ਜਿਹੜੇ ਮਖੌਟੇ ਪਹਿਨੇ ਉਹ ਨੰਗਾ ਕਰਕੇ ਉਹਨਾਂ ਦੇ ਚਿਹਰੇ ਦਿਖਾ ਲੈਣ, ਔਰ ਲੋਕ ਆਪਣੀ ਇੰਨੀ ਕੁ ਹਿੰਮਤ ਦੇ ਨਾਲ ਇਹਨਾਂ ਨੂੰ ਸੂਤਰ ਕਰਨ ਜੇ ਆਪ ਸੂਤਰ ਨਹੀਂ ਆਉਂਦੇ। ਜਿਹੜੀ ਤੁਸੀਂ ਪਹਿਲਾ ਸਵਾਲ, ਉਹ ਇੰਪੋਰਟੈਂਟ ਆ। ਭਾਵੇਂ ਉਹ ਜੇ ਸੁਖਬੀਰ ਬਾਦਲ ਕਹਿੰਦਾ ਕਿ ਅਸੀਂ ਉਸ ਨੂੰ ਐਫੀਡੈਵਿਟ ਬਣਾ ਕੇ ਦਿਆਂਗੇ ਜਿਹੜਾ ਵੀ ਸਾਡਾ ਚੋਣ ਮੈਨੀਫੈਸਟੋ ਹੋਊਗਾ, ਮੇਰਾ ਖਿਆਲ ਹੈ ਕਿ ਕੇਜਰੀਵਾਲ ਨੂੰ ਇਹ ਵੀ ਆ ਕੇ ਕਹਿਣਾ ਚਾਹੀਦਾ ਸੀ ਜੋ ਇਹ ਨਹੀਂ ਵਾਅਦੇ ਦਾ ਪੱਕਾ ਆ। ਜਿਹੜੀ ਗੱਲ ਤੁਸੀਂ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਇਹ ਵੀ ਅਸੀਂ ਤਿਆਰੀ ਕੀਤੀ ਹੈ, ਸਾਡੇ ਕੋਲ ਸਾਰੀ ਸਕੀਮ ਆ, ਅਸੀਂ ਕਰਨ ਵਾਲੇ ਆ, ਜੋ ਵੀ ਉਹ ਕਹਿੰਦੇ ਆ ਉਹ ਘੱਟੋ ਘੱਟ ਕੇਜਰੀਵਾਲ ਐਫੀਡੈਵਿਟ ਦੇਵੇ ਜਿਹੜਾ ਵੀ ਉਹਨਾਂ ਦਾ ਚੋਣ ਮੈਨੀਫੈਸਟੋ ਹੋਵੇ। ਕਿਉਂਕਿ ਉਹ ਕਹਿੰਦੇ ਕਿ ਸਭ ਤੋਂ ਵੱਧ ਭਰੋਸੇਯੋਗ ਮੇਰੀ ਪਾਰਟੀ ਤੇ ਮੈਂ ਆ, ਤੇ ਮੇਰਾ ਇੱਕ ਸ਼ਬਦ ਜਿਹੜਾ ਉਹ ਮੋਤੀਆਂ ਵਰਗਾ। ਇਸ ਲਈ ਜੇ ਉਹ ਮੋਤੀ ਵਾਕਿਆ ਹੀ ਸੁੱਚੇ ਮੋਤੀ ਹੈਗੇ ਆ, ਤਾਂ ਫਿਰ ਜੇ ਲੋਕ ਨਹੀਂ ਵੀ ਕਰਦੇ ਉਹਨਾਂ ਦੇ ਸ਼ਬਦਾਂ 'ਤੇ ਭਰੋਸਾ, ਤਾਂ ਉਹ ਫਿਰ ਇਹ ਲੀਗਲ ਡਾਕੂਮੈਂਟ ਬਣਾ ਕੇ ਆਪਣੇ ਚੋਣ ਮੈਨੀਫੈਸਟੋ ਨੂੰ ਲੋਕਾਂ 'ਚ ਐਤਕੀ ਦੇਣ। ਇਹਦੇ ਨਾਲ ਦੂਜੀਆਂ ਪਾਰਟੀਆਂ 'ਤੇ ਵੀ ਦਬਾਅ ਬਣੂਗਾ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ। ਤਮਾਮ ਮਸਲੇ 'ਤੇ ਬੜੇ ਸੁਲਝੇ ਹੋਏ ਢੰਗ ਦੇ ਨਾਲ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਇਹ ਮੁਫਤ ਖੋਰੀ ਦੀਆਂ ਸਕੀਮਾਂ ਹੁੰਦੀਆਂ ਨੇ, ਇਹ ਕਿੰਨੇ ਕੁ ਲੋਕਾਂ 'ਤੇ ਅਸਰ ਪਾਉਂਦੀਆਂ ਨੇ, ਇਹਨਾਂ ਦੇ ਨਤੀਜੇ ਕੀ ਹੁੰਦੇ ਨੇ, ਪੰਜਾਬ ਦੇ ਉੱਪਰ ਆਰਥਿਕ ਤੌਰ 'ਤੇ ਕਿੰਨਾ ਕੁ ਬੋਝ ਪੈਂਦਾ, ਤਾਂ ਅਸਲ ਮਾਇਨੇ ਦੇ ਵਿੱਚ ਇਹਨਾਂ ਸਕੀਮਾਂ ਦਾ ਲਾਹਾ ਕੌਣ ਲੈ ਰਿਹਾ? ਕਿ ਉਹ ਤਬਕਾ ਜਿਹਨੂੰ ਸੱਚੀ ਲੋੜ ਆ ਉਹਨੂੰ ਲਾਹਾ ਮਿਲ ਰਿਹਾ, ਜਾਂ ਉਸ ਤੋਂ ਜ਼ਿਆਦਾ ਲਾਹਾ ਕੋਈ ਹੋਰ ਚੀਜ਼ਾਂ, ਹੋਰ ਧਿਰਾਂ ਜਿਹੜੀਆਂ ਨੇ ਉਹ ਲੈ ਰਹੀਆਂ ਨੇ? ਇਹ ਬੜੀਆਂ ਚੀਜ਼ਾਂ ਜਾਣਨ ਵਾਲੀਆਂ ਸੀਗੀਆਂ। ਬੜੇ ਬਰੀਕੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੀ ਕਿੰਨੀ ਕੁ ਆਵਾਮ ਨੂੰ ਇਹਨਾਂ ਸਕੀਮਾਂ ਦਾ ਫਾਇਦਾ ਹੋਣ ਵਾਲਾ, ਪੰਜਾਬ ਨੂੰ ਅਸਲ ਮਾਇਨੇ 'ਚ ਕਿਹੜੀਆਂ ਸਕੀਮਾਂ ਦੀ ਲੋੜ ਹੈ, ਤੇ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਕਿ ਜਿਹੜੀਆਂ ਸਿਆਸੀ ਧਿਰਾਂ ਇਸ ਵੇਲੇ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਲੋਕਾਂ ਨੂੰ ਵੱਖ-ਵੱਖ ਵਾਅਦੇ ਕਰਕੇ ਭਰਮਾਉਣ ਦੀਆਂ, ਤਾਂ ਲੋਕਾਂ ਨੂੰ ਵੀ ਚਾਹੀਦਾ ਕਿ ਉਹਨਾਂ ਤੋਂ ਜਵਾਬ ਮੰਗਿਆ ਜਾਵੇ ਕਿ ਤੁਸੀਂ ਜਿਹੜੇ ਵਾਅਦੇ ਕਰ ਰਹੇ ਆ ਕਿ ਇਹਨਾਂ ਨੂੰ ਲੀਗਲ ਡਾਕੂਮੈਂਟ ਬਣਾ ਕੇ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੋਗੇ। ਤਾਂ ਇਹ ਸਭ ਤੋਂ ਵੱਡਾ ਸਵਾਲ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਪੰਜਾਬ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।